Jeeves Punjab News TV। सारे ਵੱਖ-ਵੱਖ ਪਿੰਡਾਂ ਤੋਂ ਤੇ ਸ਼ਹਿਰਾਂ ਤੋਂ ਸਾਰੇ ਮੇਰੇ ਵੀਰ ਭੈਣਾਂ ਇੱਥੇ ਪਹੁੰਚੇ ਆ ਹੋ ਕੇ ਕਾਂਗਰਸ ਪਾਰਟੀ ਦੀ ਝੋਲੀ ਦੇ ਵਿੱਚ ਪਾਇਆ ਹੈ ਤੇ ਉਹਨਾਂ ਦੀ ਜਿਹੜੀ ਸਾਰੀ ਟੀਮ ਆ ਜਿਸ ਤਰ੍ਹਾਂ ਚੁੱਕੇ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਬੇਨਤੀ ਕਰ ਰਿਹਾ ਸੀ ਕੋਈ ਐਮਐਲਏ ਜਿੰਨਾ ਡਾਕਟਰ ਸਾਹਿਬ ਆਪਣੇ ਹੂਬੀ ਆ ਹਰ ਆਦਮੀ ਚਾਹੁੰਦਾ ਹੈ ਵੀ ਸਾਡੀ ਡਾਕਟਰ ਸਾਹਿਬ ਦੇ ਨਾਲ ਸਿੱਧੀ ਰਾਬਤਾ ਹੋਵੇ ਸਾਡਾ ਰਾਬਤਾ ਹੋਵੇ। ਇਹ ਪਹਿਲੇ ਐਮਐਲਏ ਨੇ ਜਿਨ੍ਹਾਂ ਦਾ ਲੋਕਾਂ ਦੇ ਨਾਲ ਸਿੱਧਾ ਰਾਬਤਾ ਹੈ ਉਹਨਾਂ ਨੂੰ ਕਿਸੇ ਵਿੱਚ ਵਿਚੋਲੇ ਦੀ ਲੋੜ ਨਹੀਂ ਪਈ। ਇਸ ਕਰਕੇ ਵੀਰੋ ਸਾਡੇ ਬਹੁਤ ਸਤਿਕਾਰਯੋਗ ਏਆਈਸੀ ਸਵਾਲ ਇੰਡੀਆ ਕਾਂਗਰਸ ਕਮੇਟੀ ਤੋਂ ਸਾਡੇ ਜਿਹੜੇ ਮਹਿਮਾਨ ਝਬਾਲ ਤੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਸਰਦਾਰ ਬਲਵਿੰਦਰ ਸਿੰਘ ਜੀ ਔਰ ਸਾਡੇ ਪ੍ਰਧਾਨ ਸਾਹਿਬ ਗੰਡੀਵਿੰਡ ਬਲਾਕ ਦੇ ਸਰਦਾਰ ਗੁਰਪਾਲ ਸਿੰਘ ਜੀ, ਤਰਨਤਾਰਨ ਬਲਾਕ ਦੇ ਸੋਨੂ ਜੀ ਔਰ ਸਾਰੇ ਹੀ ਪਿੰਡਾਂ ਦੇ ਸਰਪੰਚ ਸਾਹਿਬ, ਜੇ ਮੈਂ ਨਾਂ ਲੈਣ ਲੱਗਾ ਤੇ ਜ਼ਿਆਦਾ ਸਮਾਂ ਲੱਗਣਾ ਮਾਫੀ ਦਿਓ। ਆਓ ਫਤਿਹ ਬੁਲਾਈਏ ਗੱਜ ਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜਾ ਢਿੱਲਾ ਕੰਮ ਚੀਨਾ ਸਾਹਿਬ, ਕੀ ਗੱਲ ਆ ਢਿੱਲੀ ਕਿਉਂ ਐਡੀ ਗੱਲ? ਉਹ ਯਾਰ ਆਪਣੇ ਕੋਲ ਆਏ ਨੇ, ਵੇਖੋ ਚੌਹਾਨ ਸਾਹਿਬ ਦਿੱਲੀ ਤੋਂ, ਤੇ ਜੇ ਹੁਣ ਫਤਿਹ ਵੀ ਰੱਜ ਕੇ ਨਾ ਬੁਲਾਈਏ ਤੇ ਗੱਲ ਨਹੀਂ ਬਣਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਦਿਹਾੜਾ ਮੈਂ ਸਮਝਦਾ ਕਿ ਐਮਐਲਏ ਸਾਹਿਬ ਦੀ ਨਵੀਂ ਚੋਣ ਵਾਸਤੇ ਜੋ ਬਿਗਲ ਵੱਜ ਚੁੱਕਾ ਉਹਦੀ ਸ਼ੁਰੂਆਤ ਹੀ ਆ। ਔਰ ਮੈਂ ਸਮਝਦਾ ਕਿ ਅੱਜ ਦੀ ਸ਼ੁਰੂਆਤ ਬਹੁਤ ਵਧੀਆ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਧਰਤੀ ਤੇ ਡਾਕਟਰ ਅਗਨੀਹੋਤਰੀ ਸਾਹਿਬ, ਜਿਹੜੇ ਕਿ ਚੌਹਾਨ ਸਾਹਿਬ ਜਰਾ ਧਿਆਨ ਦਿਓ ਜੀ, ਸਾਡਾ ਹਲਕਾ ਤਰਨਤਾਰਨ 42 ਸਾਲ ਬਾਅਦ ਡਾਕਟਰ ਅਗਨੀਹੋਤਰੀ ਸਾਹਿਬ ਨੇ ਐਮਐਲਏਸ਼ਿਪ ਬਣੇ ਔਰ ਇਹਨਾਂ ਨੇ 2 ਇਲੈਕਸ਼ਨਾਂ ਪਹਿਲੋਂ ਲੜੀਆਂ ਖਡੂਰ ਸਾਹਿਬ ਤੋਂ, ਥੋੜੀ ਥੋੜੀ ਵੋਟ ਤੇ ਹਰੇ ਔਰ ਉਹਨਾਂ ਦੇ ਅੱਗੇ ਹਰੇ ਜਿਹੜੇ ਬੜਾ ਵੱਡਾ ਜਰਨੈਲ ਸੀ, ਜਿਹੜਾ ਅਕਾਲੀ ਦਲ ਦਾ ਸਮਝ ਲਓ ਕਿ ਚੀਫ ਮਿਨਿਸਟਰੀ ਕਹਾਉਂਦਾ ਸੀ, ਰਣਜੀਤ ਸਿੰਘ ਬ੍ਰਹਮਪੁਰਾ, ਔਰ ਥੋੜੀਆਂ ਹੀ ਵੋਟਾਂ ਦੇ 2-3 ਹਜ਼ਾਰ ਦੇ ਵੋਟ ਦੇ ਫਰਕ ਨਾਲ। ਔਰ ਅਸੀਂ ਬੇਨਤੀ ਇਹਨਾਂ ਨੂੰ ਕੀਤੀ, ਪਿਛਲੀ ਵਾਰ ਮੈਂ ਵੀ ਟਿਕਟ ਮੰਗਦਾ ਸੀ, ਮੈਂ ਵੀ ਚਾਹਵਾਨ ਸੀ ਟਿਕਟ ਦਾ ਐਮਐਲਏ ਦੀ ਦਾ, ਪਰ ਸਾਡਾ ਜਦੋਂ ਆਖਰੀ ਫੈਸਲਾ ਦਿੱਲੀ ਹੋਇਆ ਔਰ ਸਾਡੇ ਅੰਕਲ, ਸਾਡੇ ਚਾਚਾ ਜੀ ਡਾਕਟਰ ਅਗਨੀਹੋਤਰੀ ਸਾਹਿਬ ਨੂੰ ਇਹ ਸਿਹਰਾ ਮਿਲਿਆ ਔਰ ਅਸੀਂ ਸਾਰੇ ਇਹਨਾਂ ਦੇ ਨਾਲ ਤਕੜੇ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਸਾਰਿਆਂ ਹੈਲਪ ਕੀਤੀ ਔਰ ਤਕਰੀਬਨ 15,000 ਵੋਟ ਤੇ ਜਿਹੜਾ ਡਾਕਟਰ ਅਗਨੀਹੋਤਰੀ ਸਾਹਿਬ ਇੱਥੇ ਐਮਐਲਏ ਬਣੇ। 42 ਸਾਲ ਬਾਅਦ ਡਾਕਟਰ ਅਗਨੀਹੋਤਰੀ ਸਾਹਿਬ 15,000 ਵੋਟ ਦੀ ਲੀਡ ਦੇ ਨਾਲ ਬਣੇ। ਇਹਨਾਂ ਦਾ ਇੱਥੇ ਬਣਨਾ ਇੱਕ ਇਹਨਾਂ ਦਾ ਜਿਹੜਾ ਖਿੱਤਾ ਡਾਕਟਰੀ ਲਾਈਨ ਉਹ ਮੁੱਖ ਕਾਰਨ ਹੈ। ਇਹ ਇਹਨਾਂ ਗਰੀਬਾਂ ਦੀ ਸਹਾਇਤਾ ਕੀਤੀ, ਹਰ ਬੰਦੇ ਦੀ ਸਹਾਇਤਾ ਕੀਤੀ। ਉਹਨਾਂ ਤੋਂ ਬਾਅਦ ਸੈਕਟਰੀ ਸਾਹਿਬ ਚੱਲਦੇ ਬੋਲ ਲੈਣ ਤੋਂ ਜਾਂ ਐਮਐਲਏ ਸਾਹਿਬ ਬਣ ਗਏ ਨਾ, ਜਦੋਂ ਇਹਨਾਂ ਨੇ ਆਪਣਾ ਹਸਪੀਟਲ ਛੱਡਿਆ ਔਰ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਔਰ ਸਾਡੇ ਐਮਐਲਏ ਡਾਕਟਰ ਅਗਨੀਹੋਤਰੀ ਸਾਹਿਬ ਮੈਂ ਸਮਝਦਾ ਇੱਕ ਪਹਿਲੇ ਐਮਐਲਏ ਹੋਣਗੇ ਜਿਹੜੇ ਕਰੋਨਾ ਕਾਲ 'ਚ ਵੀ ਘਰ ਨਹੀਂ ਬੈਠੇ, ਲੋਕਾਂ ਦੇ ਵਿੱਚ ਪਿੰਡੋਂ ਪਿੰਡੀ ਜਾਂਦੇ ਰਹੇ, ਨਹੀਂ ਤੇ ਬਹੁਤੇ ਲੀਡਰ ਜਿਹੜੇ ਸੀ ਉਹ ਘਰ ਬਹਿ ਗਏ ਸੀ। ਸੋ ਇਹਨਾਂ ਦੀ ਭਲਮਾਨਸੀ ਦਾ ਫਾਇਦਾ ਵੀ ਕਈਆਂ ਲੋਕਾਂ ਨੇ ਉਠਾਇਆ। ਉਹਨਾਂ ਲੋਕਾਂ ਨੇ ਉਠਾਇਆ ਜਿਨ੍ਹਾਂ ਨੂੰ ਬੜਾ ਸਮਝਿਆ ਵੀ ਕੋਈ ਗੱਲ ਨਹੀਂ, ਲਾਗੇ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਫਿਰ ਵੀ ਉਹਨਾਂ ਨੇ ਨਹੀਂ ਲੱਗੇ। ਉਹ
ਪਤਾ ਨਹੀਂ ਵੀ ਉਹ ਬਦਕਿਸਮਤੀ ਕਿਸ ਦੀ। ਸੋ ਸਾਡੇ ਇੱਥੇ ਸ਼ਿਵ ਸੈਨਾ ਦੇ ਪ੍ਰਧਾਨ ਕੁੱਕੂ ਜੀ ਵੀ ਬੈਠੇ ਆ, ਸਾਡੀ ਕਾਂਗਰਸ ਦੀ ਰੀੜ ਦੀ ਹੱਡੀ ਸਾਰੇ ਵਰਕਰ ਬੈਠੇ ਆ। ਮੈਂ ਡਾਕਟਰ ਅਗਨੀਹੋਤਰੀ ਸਾਹਿਬ ਦੇ ਸੁਭਾਅ ਤੋਂ ਚੰਗੀ ਤਰ੍ਹਾਂ ਜਾਣੂ ਆ, ਗਰੀਬ ਦੀ ਮਦਦ ਕਰਦੇ ਆ ਔਰ ਅਸਲੀਅਤ ਤੇ ਸੱਚ ਤੇ ਪਹਿਰਾ ਦਿੰਦੇ ਆ। ਔਰ ਮੈਂ ਸਮਝਦਾ ਮੈਂ ਬਲਾਕ ਸਮਿਤੀ ਦਾ ਚੇਅਰਮੈਨ ਗੰਡੀਵਿੰਡ ਜਦੋਂ ਬਣਿਆ, ਇਹਨਾਂ ਨੇ ਹਰ ਪਿੰਡ ਦੇ ਵਿੱਚ ਜਾ ਕੇ ਜਿੱਥੇ ਕਿ ਬੜੀ ਲੀਡ ਤੇ ਅਸੀਂ ਹਾਰਦੇ ਸੀ, ਉੱਥੇ ਵੀ ਜਾ ਕੇ ਇਹਨਾਂ ਨੇ ਆਪਣੇ ਫੰਡ ਜਿਹੜੇ ਵੱਧ ਤੋਂ ਵੱਧ ਪਵਾਏ, ਜਿਹੜੇ ਕਿ ਨਹੀਂ ਸੀ ਅੱਜ ਪੈਰਾਂ ਸਿਰ ਹੋ ਗਿਆ ਕੰਮ। ਸੋ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਬੜੀ। ਔਰ ਚੌਹਾਨ ਸਾਹਿਬ ਕਿਰਪਾ ਕਰਕੇ ਸਾਡੇ ਡਾਕਟਰ ਅਗਨੀਹੋਤਰੀ ਸਾਹਿਬ ਐਕੀ ਐਮਐਲਏ ਬਣੇ ਆ, ਅਗਲੀ ਵਾਰ ਅਸੀਂ ਇੱਥੇ ਇਹਨਾਂ ਨੂੰ ਐਮਐਲਏ ਫੇਰ ਬਣਾਵਾਂਗੇ। ਔਰ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਤੇ ਮੰਤਰੀ ਮੰਡਲ ਵਿੱਚ ਵੀ ਸ਼ਾਮਲ ਹੋਣਗੇ। ਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਵਧਾਈ। ਅੱਜ ਦਾ ਜਿਹੜੀ ਇਹ ਸ਼ੁਰੂਆਤ ਹੋਈ ਆ, ਮੈਂ ਸਮਝਦਾ ਇਲੈਕਸ਼ਨ ਦੀ ਅੱਜ ਤੋਂ ਹੋ ਗਈ ਆ। ਪਿੰਡੋ ਪਿੰਡੀ ਕਮਰ ਕੱਸੇ ਆਪੋ ਆਪਣੇ ਵੀਰੋ ਕਰ ਲੋ, ਤਗੜੇ ਹੋ ਕੇ ਹਰ ਪਿੰਡ ਦੇ ਵਿੱਚੋਂ ਆਪਾਂ ਜਿਤਾਈਏ, ਤਾਂ ਕਿ ਜੇ ਪਿਛਲੀ ਵਾਰ 15,000 ਦੀ ਲੀਡ ਸੀ ਤੇ ਐਕੀ ਉਸ ਤੋਂ ਵਧਾ ਕੇ ਫੇਰ ਮਜ਼ਾ ਆਉਂਦਾ। ਸੋ ਜੇ ਕਹੋ ਤੇ ਹੁਣ ਫਿਰ ਜਕਾਰਾ ਛੱਡਾਂ ਤੇ ਦੋਵੇਂ ਹੱਥ ਖੜੇ ਕਰਕੇ ਡਾਕਟਰ ਸਾਹਿਬ ਨੂੰ ਵਿਸ਼ਵਾਸ ਦਿਵਾ ਦਈਏ ਵੀ ਡਾਕਟਰ ਸਾਹਿਬ ਬਿਲਕੁਲ ਅਸੀਂ ਇਨ ਬਿਨ ਤੁਹਾਡੇ ਨਾਲ ਆ ਔਰ ਪਿਛਲੀ ਵਾਰ ਨਾਲੋਂ ਵੀ ਚੜ੍ਹਦੀ ਕਲਾ ਨਾਲ ਤੁਹਾਨੂੰ ਜਿਤਾਵਾਂਗੇ। ਛੱਡਦੇ ਆ ਜੀ। ਬੋਲੇ ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰੂੰਗਾ ਸਾਡੇ ਚੌਹਾਨ ਜੀ, ਉਹਨਾਂ ਦੇ ਨਾਲ ਹਿਮਾਚਲ ਤੋਂ ਠਾਕੁਰ ਸਾਹਿਬ, ਵੀਰੂ ਭਾਈ ਪਟੇਲ ਜੀ ਤੇ ਸਾਡੇ ਇਸ ਹਲਕੇ ਦੀ ਸ਼ਾਨ ਐਮਐਲਏ ਸਾਹਿਬ ਡਾਕਟਰ ਧਰਮਵੀਰ ਜੀ ਅਗਨੀਹੋਤਰੀ ਤੇ ਮੇਰੇ ਸਾਹਮਣੇ ਬੈਠੀ ਜੁੜ ਸਾਧ ਸੰਗਤ ਜੀ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਤੇ ਲੈ ਜਾਏਗਾ ਪਕੌੜੇ ਗਲ 'ਚ ਫਸ ਗਏ ਮੇਰੇ ਵੀਰੋ। ਬੋਲੇ ਸੋ ਕਾਫੀ ਦੇਰ ਤੋਂ ਮੇਰੇ ਵੀਰ ਇੱਥੇ ਬੈਠੇ ਨੇ, ਤਕਰੀਬਨ 1 ਵਜੇ ਤੋਂ ਆਉਣੀ ਸੰਗਤ ਸ਼ੁਰੂ ਹੋ ਗਈ ਸੀ। ਠਾਕੁਰ ਸਾਹਿਬ ਤੇ ਚੌਹਾਨ ਸਾਹਿਬ ਜੀ, ਤੁਹਾਡਾ ਇੱਥੇ ਆਉਣ ਤੇ ਜੀ ਆਇਆਂ ਕਹਿੰਦੇ ਆ ਸਾਰੇ ਕਾਂਗਰਸ ਪਰਿਵਾਰ ਵੱਲੋਂ, ਕਿਉਂਕਿ ਅਸੀਂ ਜੋ ਦੱਸਾਂਗੇ ਉਹ ਤੇ ਤੁਹਾਨੂੰ ਅਸੀਂ ਆਪਣੇ ਮੂੰਹੋਂ ਦੱਸਾਂਗੇ, ਪਰ ਤੁਸੀਂ ਲੋਕਾਂ ਤੋਂ ਸੁਣਨਾ ਹੈ। ਇੱਥੇ ਪਟੇਲ ਸਾਹਿਬ ਬੈਠੇ ਨੇ, ਕਾਫੀ 1 ਮਹੀਨੇ ਤੋਂ ਤਕਰੀਬਨ ਇਹਨਾਂ ਨੂੰ ਸਮਾਂ ਹੋ ਗਿਆ ਇੱਥੇ ਬੈਠਿਆਂ ਨੂੰ ਜੀ, ਤੇ ਸਾਰੀ ਸੰਗਤ ਨਾਲ ਸਾਡੇ ਨਾਲ ਵਿਚਰੀ ਆ ਤੇ ਹਲਕੇ ਦੇ ਵਿੱਚ ਵਿਚਰ ਰਹੇ ਨੇ। ਇਹਨਾਂ ਨੇ ਤੁਹਾਨੂੰ ਆਪਣੀ ਰਿਪੋਰਟ ਦੇ ਦੇਣੀ ਹੈ ਜੀ। ਮੇਰਾ ਪਿੰਡ ਜਿਹੜਾ ਦੋਦੇ ਆ ਜੀ, ਬਾਰਡਰ ਦੇ ਨਜ਼ਦੀਕ, ਬਾਰਡਰ ਤੋਂ 10 ਕਿਲੋਮੀਟਰ ਨੇੜੇ ਪੈਂਦਾ। ਪਿਛਲੇ 42 ਸਾਲ ਤੋਂ ਜਿਹੜੀ ਕਾਂਗਰਸ ਪਾਰਟੀ ਦਾ ਕੋਈ ਝੋਲਾ ਨਹੀਂ ਚੁੱਕਦਾ ਹੁੰਦਾ ਜੀ ਉਹਨਾਂ ਪਿੰਡਾਂ ਦੇ ਵਿੱਚ। 2009 ਚ ਜਦੋਂ ਰਾਣਾ ਗੁਰਜੀਤ ਜੀ ਇੱਥੇ ਆਏ ਨੇ ਤੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਸਾਡੇ ਐਮਐਲਏ ਡਾਕਟਰ ਧਰਮਵੀਰ ਜੀ ਅਗਨੀਹੋਤਰੀ ਜੋ ਨਸ਼ਹਿਰਾ ਹਲਕਾ ਟੁੱਟ ਚੁੱਕਾ ਸੀ, ਉਹਨਾਂ ਨੂੰ ਨਾਲ ਲੈ ਕੇ ਉੱਥੇ ਵਿਚਰਨਾ ਸ਼ੁਰੂ ਕੀਤਾ ਸੀ। ਉਹਨਾਂ ਦੇ ਪਿਛੋਕੜ ਦਾ ਬਾਰੇ ਤੁਸੀਂ ਜਾਣਦੇ ਜੇ, ਮੈਂ ਕੋਈ ਥੋੜਾ ਜਿਹਾ ਦੱਸੂਗਾ। ਜਦੋਂ ਵੀ ਕਿਸੇ ਪਿੰਡ 'ਚ ਜਾਂਦੇ ਸੀ, ਉੱਥੇ ਬੀਬੀਆਂ ਜਿਹੜੀਆਂ ਉਹਨਾਂ ਪਿੰਡਾਂ ਦੀਆਂ ਜਿਹੜੇ ਹਲਕੇ 'ਚ ਡਾਕਟਰੀ ਕਰਦੇ ਸੀ, ਆ ਕੇ ਡਾਕਟਰ ਸਾਹਿਬ ਨੂੰ ਦੱਸਦੀਆਂ ਸੀ, ਡਾਕਟਰ ਸਾਹਿਬ ਮੈਂ ਫਲਾਣੇ ਦੀ ਨੌਂ ਲੜਕੀ ਆ, ਮੈਂ ਇੱਥੇ ਵਿਆਹੀ ਹਾਂ ਤੇ ਮੈਂ ਤੁਹਾਡੇ ਤੋਂ ਦਵਾਈ ਲੈਂਦੀ ਰਹੀ ਹੈ, ਤੁਸੀਂ ਬੱਚਾ ਮੇਰਾ ਢਿੱਲਾ ਸੀ, ਉਦੋਂ ਉਹਦਾ ਇਲਾਜ ਕੀਤਾ, ਤੁਸੀਂ ਮੇਰੀ ਇਸ ਤਰ੍ਹਾਂ ਸੇਵਾ ਕੀਤੀ। ਉਹ ਚੀਜ਼ਾਂ ਜਿਹੜੀਆਂ ਅੱਜ ਐਮਐਲਏ ਡਾਕਟਰ ਧਰਮਵੀਰ ਅਗਨੀਹੋਤਰੀ ਜੀ ਨੂੰ ਡਾਕਟਰ ਤੋਂ ਐਮਐਲਏ ਬਣਾਉਣ ਦੇ ਵਿੱਚ ਬਹੁਤ ਜ਼ਿਆਦੀਆਂ ਕਾਰਗਰ ਹੋਈਆਂ। ਔਰ ਇੱਕ ਗੱਲ ਇਹ ਵੀ ਹੈ ਵੀ 2012 ਦੇ ਵਿੱਚ ਜਦੋਂ ਐਮਐਲਏ ਸਾਹਿਬ ਹਾਰ ਗਏ ਨੇ, ਪਹਿਲਾਂ ਕੀ ਹੁੰਦਾ ਸੀ, ਜਿਹਨੂੰ ਟਿਕਟ ਮਿਲਦੀ ਦਿੱਲੀੋਂ ਪੈਰਾਸ਼ੂਟ ਰਾਹੀਂ ਆਉਂਦਾ ਸੀ, ਹਾਰਦਾ ਹੀ ਫਿਰ ਦਿੱਲੀ ਚਲ ਜਾਂਦਾ ਸੀ, ਹਲਕੇ ਦੀ ਕੋਈ ਸਾਰ ਨਹੀਂ ਸੀ ਲੈਂਦਾ। 2012 ਦੇ ਵਿੱਚ ਐਮਐਲਏ ਸਾਹਿਬ ਕੁਝ ਵੋਟਾਂ ਤੋਂ ਹਾਰ ਕੇ, ਪਰ ਉਹਨਾਂ ਐਮਐਲਏ ਹਲਕਾ ਤਰਨਤਾਰਨ ਨਹੀਂ ਛੱਡਿਆ, ਕੋਈ ਮਰਗ ਦੁੱਖ ਸੁੱਖ ਨਹੀਂ ਛੱਡਿਆ, ਹਲਕੇ ਦੇ ਵਰਕਰਾਂ ਦੀ ਬਾਂਹ ਫੜੀ। ਅਕਾਲੀ ਦਲ ਨੇ ਬਹੁਤ ਪਰਚੇ ਜਿਸ ਤਰ੍ਹਾਂ ਰਾਣਾ ਜੀ ਨੇ ਕਿਹਾ ਕਰਵਾਏ, ਪਰ ਸਾਡੇ ਜਿਹੜੇ ਵੀਰ ਕਾਂਗਰਸ ਨਾਲ ਪਿਆਰ ਰੱਖਣ ਵਾਲੇ ਸੀ, ਕਾਂਗਰਸ ਦੇ ਨਾਲ ਜੁੜੇ ਰਹੇ
ਤੇ 2017 'ਚ ਉਹਨਾਂ ਨੇ ਉਸ ਹਾਰ ਦਾ ਬਦਲਾ ਜਿਹੜਾ ਹੈ ਉਹ ਬੜੀ ਵੱਡੀ ਲੀਡ ਨਾਲ ਐਮਐਲਏ ਡਾਕਟਰ ਧਰਮਵੀਰ ਜੀ ਅਗਨੀਹੋਤਰੀ ਨੂੰ ਜਿਤਾ ਕੇ ਲਿਆ। ਅਸੀਂ ਇਸ ਹਲਕੇ ਦੇ ਸਦਾ ਰੀਣੀ ਰਵਾਂਗੇ ਐਮਐਲਏ ਸਾਹਿਬ ਵੱਲੋਂ, ਤੇ ਬਾਰਡਰ ਏਰੀਏ ਦੇ ਵਿੱਚ ਜੋ ਡਿਵੈਲਪਮੈਂਟ ਇਹਨਾਂ ਨੇ 5 ਸਾਲਾਂ 'ਚ ਕਰਵਾਈ ਆ ਉਹਦਾ ਇਹ ਮੇਰੇ ਵੀਰ ਸਾਰੇ ਭਲੀ ਭਾਂਤੀ ਜਾਣਦੇ ਨੇ। ਕੱਲ ਵੀ ਜਿਹੜਾ ਰਾਤ 8 ਵਜੇ ਤੱਕ ਪਿੰਡਾਂ ਦੇ ਵਿੱਚ ਲਿੰਕ ਸੜਕਾਂ ਦੀਆਂ ਉਸਾਰੀਆਂ ਦਾ ਉਦਘਾਟਨ ਕਰਦੇ ਰਹੇ ਨੇ। ਅੱਜ ਇੱਥੇ ਪ੍ਰੋਗਰਾਮ ਸੀ, ਕੱਲ ਵੀ ਤੇ ਕੱਲ ਫੇਰ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਵਿਕਾਸ ਦਾ ਕਾਫਲਾ। ਇੰਨੀਆਂ ਬੇਨਤੀਆਂ ਨਾਲ ਖੇਮਾਂ ਦਾ ਜਾ ਚੁੱਕਿਆ ਤੇ ਬੇਨਤੀ ਕਰਦਾ ਆ ਵੀ ਦੁਬਾਰਾ ਫੇਰ ਤਰਨਤਾਰਨ ਹਲਕੇ ਤੋਂ ਐਮਐਲਏ ਡਾਕਟਰ ਧਰਮਵੀਰ ਜੀ ਅਗਨੀਹੋਤਰੀ ਨੂੰ ਟਿਕਟ ਦੇ ਕੇ ਨਵਾਜਿਆ ਜਾਵੇ, ਤਾਂ ਜੋ ਇਸ ਹਲਕੇ ਦੇ ਜਿਹੜੇ ਅਧੂਰੇ ਕੰਮ ਹੈ ਉਹਨਾਂ ਨੂੰ ਹੀ ਐਮਐਲਏ ਸਾਹਿਬ ਅਗਲੇ 5 ਸਾਲਾਂ ਵਿੱਚ ਪੂਰੇ ਕਰ ਸਕਣ। ਇੰਨੀਆਂ ਬੇਨਤੀਆਂ ਨਾਲ ਖੇਮਾਂ ਦਾ ਜਾ ਚੁੱਕਿਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਐਮਐਲਏ ਸਾਹਿਬ ਡਾਕਟਰ ਧਰਮਵੀਰ ਅਗਨੀਹੋਤਰੀ ਜੀ ਤੇ ਸਾਡੇ ਦਰਜਾ ਬਦਰਜਾ ਚੇਅਰਮੈਨ ਸਾਹਿਬ, ਜੇ ਮੈਂ ਕੱਲੇ ਕੱਲੇ ਦਾ ਨਾਂ ਲਿਆ ਤੇ ਟਾਈਮ ਬਹੁਤ ਲੱਗੂਗਾ, ਤੇ ਸਾਡੀ ਜਿੱਦ ਜਾਨ ਕਾਂਗਰਸ ਪਾਰਟੀ ਦੀ ਮੇਰੇ ਸਾਹਮਣੇ ਬੈਠੇ, ਮੈਂ ਸਾਰਿਆਂ ਨੂੰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਹਾਨ ਸਾਹਿਬ, ਜੇ 2-3 ਚੀਜ਼ਾਂ ਜਿਹੜੀਆਂ ਵਾ ਉਹ ਸਹੀ ਹੋ ਜਾਣ ਤੇ ਇਲੈਕਸ਼ਨਾਂ ਜਿੱਤੀਆਂ ਜਾਂਦੀਆਂ। ਮੁੱਖ ਮੰਤਰੀ ਸਹੀ ਹੋਵੇ, ਕੈਂਡੀਡੇਟ ਸਹੀ ਹੋਵੇ ਤੇ ਵਾਤਾਵਰਨ ਜਿਹੜਾ ਉਹ ਸਹੀ ਹੋਵੇ। ਉਹ ਤਿੰਨੇ ਚੀਜ਼ਾਂ ਅੱਜ ਪੰਜਾਬ ਵਾਸਤੇ ਬਹੁਤ ਬਿਹਤਰ ਆ ਤੇ ਅਸੀਂ ਆਸ ਕਰਦੇ ਹਾਂ ਵੀ ਬਹੁਤ ਵਧੀਆ ਲੀਡ ਤੇ ਪੰਜਾਬ ਪਹਿਲਾਂ ਨਾਲੋਂ ਵੀ ਕਾਂਗਰਸ ਪਾਰਟੀ ਦੀ ਜਿੱਤ ਕੇ ਅੱਗੇ ਆਵੇਗੀ। ਮੈਂ 2 ਮਿੰਟ ਡਾਕਟਰ ਸਾਹਿਬ ਦੇ ਪਿਛੋਕੜ ਦੀ ਗੱਲ ਕਰਨੀ ਆ। ਮੈਨੂੰ 35-40 ਸਾਲ ਤੋਂ ਡਾਕਟਰ ਸਾਹਿਬ ਦੇ ਨਾਲ ਵਿਚਰਨ ਦਾ ਮੌਕਾ ਮਿਲਦਾ ਰਿਹਾ। ਸਾਡਾ ਏਰੀਆ ਬੈਲਟ ਏਰੀਆ ਢਾਏ ਦਾ ਕੰਢਾ ਜਿੱਥੇ ਅੱਤਵਾਦ ਦਾ ਗੜ੍ਹ ਹੁੰਦਾ ਸੀ, ਉਸ ਏਰੀਏ ਦੇ ਵਿੱਚ ਡਾਕਟਰ ਸਾਹਿਬ 15 ਸਾਲ ਇੱਕ ਪਿੰਡ ਦੇ ਸਰਪੰਚ ਰਹੇ, ਉੱਥੇ ਹੀ ਜੰਮੇ ਪਲੇ, ਉੱਥੇ ਹੀ ਜਵਾਨ ਹੋਏ, ਉੱਥੇ ਹੀ ਕਾਰੋਬਾਰ ਕੀਤਾ। ਜਿਵੇਂ ਕਿ ਇਹਨਾਂ ਦਾ ਹਸਪੀਟਲ ਸੀ, ਸਾਡਾ ਸਾਰਾ ਇਲਾਕਾ ਨਸ਼ਹਿਰਾ ਪੰਨੂਆ ਹਲਕਾ ਹੁੰਦਾ ਸੀ ਪਹਿਲਾਂ, ਉਹਦੇ ਵਿੱਚ ਵਿਚਰਦੇ ਸਾਡੇ ਕਿਸੇ ਗਰੀਬ ਤੋਂ ਪੈਸੇ ਨਹੀਂ ਲੈਂਦੇ, ਕਿਸੇ ਚੰਗੇ ਬੰਦੇ ਤੋਂ ਵੀ ਪੈਸੇ ਨਹੀਂ ਲੈਂਦੇ। ਸੋ ਇਹਨਾਂ ਨੇ ਬੜਾ ਉੱਥੇ ਵਕਾਰ ਬਣਾਇਆ। ਤੁਹਾਨੂੰ ਮੈਂ ਇੱਕ ਹੋਰ ਨੌਲੇਜ ਵਾਸਤੇ ਦੱਸਦਾ, ਪੰਜਾਬ ਦੀ ਧਰਤੀ 'ਤੇ ਜਿਹੜਾ ਗਲੋਬਲ ਸਥਿਤੀ ਆ ਸਾਡੀ ਪੰਜਾਬ ਦੀ, ਉਹਦੇ ਸਭ ਤੋਂ ਜ਼ਿਆਦਾ ਸਿੱਖ ਵੋਟ, ਜੱਟ ਸਿੱਖ ਵੋਟ ਜਿਹੜੀ ਉਹ ਤਰਨਤਾਰਨ ਜ਼ਿਲ੍ਹੇ ਦੀ ਦੂਸਰੇ ਨੰਬਰ ਤੇ ਜਗਰਾਉਂ। ਇਸ ਬਿਲਡ ਦੇ ਵਿੱਚ ਜਿਹੜਾ ਹਿੰਦੂ ਬੰਦੇ ਦਾ ਸਰਪੰਚ ਬਣਨਾ ਫਿਰ ਐਮਐਲਏ ਬਣਨਾ ਬੜੀ ਵੱਡੀ ਗੱਲ ਆ। ਜਿਹੜੀ 2% ਸਾਡੀ ਆਬਾਦੀ ਸੀ ਜਿਹੜੀ ਹਿੰਦੂਆਂ ਦੀ, ਜਿਹੜੀ ਨਸ਼ਹਿਰੇ ਪੰਗਤ 'ਚ ਜਿਹੜਾ ਉੱਥੇ ਕੈਂਡੀਡੇਟ ਇਹਨਾਂ ਨੇ ਰਾਇਆ ਸਾਡੇ ਡਾਕਟਰ ਸਾਹਿਬ ਨੇ, ਜਿਹੜਾ ਉਹ ਬਾਦਲ ਤੋਂ ਦੂਸਰੇ ਨੰਬਰ ਦਾ ਆਦਮੀ ਸੀ। ਸੋ ਇਸ ਕਰਕੇ ਉਸ ਧਰਤੀ ਤੋਂ ਇਹ ਪੈਦਾ ਹੋਏ, ਉੱਥੋਂ ਇਹ ਬੜੇ ਅੱਤਵਾਦ ਦੇ ਵਿੱਚ ਜਦੋਂ ਕਾਂਗਰਸ ਹੋਣਾ ਤੇ ਬੜੀ ਦੂਰ ਦੀ ਗੱਲ ਦਾ ਨਾਂ ਲੈਣਾ ਬੜਾ ਔਖਾ ਸੀ। ਉਸ ਟਾਈਮ ਤੇ ਵੀ ਡਾਕਟਰ ਸਾਹਿਬ ਉਸ ਪਿੰਡ ਦੇ ਵਿੱਚ ਬਹਿ ਕੇ ਲੋਕਾਂ ਦੀ ਸੇਵਾ ਕੀਤੀ ਤੇ ਅੱਜ ਵੀ ਉੱਥੇ ਜਿਹੜਾ ਇਹਨਾਂ ਦਾ ਵਕਾਰ ਉਵੇਂ ਬਹਾਲ ਆ। ਤੇ ਇੱਕ ਹਿੰਦੂ ਬੰਦਾ ਜਿਹੜਾ ਉਹ ਸਾਰੇ ਸਿੱਖਾਂ ਦੀਆਂ ਜੱਟਾਂ ਦੀਆਂ ਵੋਟਾਂ ਲਵੇ। ਇਹ ਪੰਜਾਬ ਦੇ ਵਿੱਚ 2 ਜਿਹੜੇ ਇਲਾਕੇ ਆ, ਇੱਥੇ ਜਿਹੜਾ ਗਲੋਬਲ ਆ ਉਹਦੇ ਹਿਸਾਬ ਨਾਲ ਸਾਰਾ ਜੱਟ ਸਿੱਖ ਵੋਟ ਆ, ਤੇ ਜਿਹੜੇ ਕਿਤੇ ਕਾਲੀਆਂ ਦਾ ਗੜ ਰਿਹਾ ਇਲਾਕਾ ਸੀ, ਤੇ ਇੱਥੇ ਮਤਲਬ ਅੱਤਵਾਦ ਦੇ ਵਿੱਚ ਹਿੰਦੂ ਦਾ ਪਿੰਡ 'ਚ ਰਹਿਣਾ ਬੜਾ ਔਖਾ ਸੀ। ਜਿਨ੍ਹਾਂ ਨੇ ਸਤਾਵ ਢਾਇਆ ਸਾਡੇ 60-65 ਸਾਲ ਦੇ ਆਦਮੀ, ਉਹਨਾਂ ਨੂੰ ਪਤਾ, ਤੁਸੀਂ ਤੇ ਛੋਟੀ ਉਮਰ ਦੇ ਸੀ। ਸਾਡੇ ਮਨ ਦੇ ਵਿੱਚ ਜਿਹੜਾ ਉਹ ਟਾਈਮ ਤੇ ਉਹਨਾਂ ਦਾ ਮਤਲਬ ਡੇਰੇ ਹੁੰਦੇ ਸੀ ਅੱਤਵਾਦ ਦੇ। ਸੋ ਇਸ ਕਰਕੇ ਉਸ ਤੋਂ ਬਾਅਦ ਸਾਡੇ ਜਦੋਂ ਸਰਕਾਰ ਬਣੀ 92 ਦੇ ਵਿੱਚ, ਮਾਸਟਰ ਜਗੀਰ ਸਿੰਘ ਦੇ ਨਾਲ ਡਾਕਟਰ ਜੀ ਚੱਲੇ ਤੇ ਉਹਨਾਂ ਨੂੰ ਕੈਬਨਿਟ ਮੰਤਰੀ ਬਣਾਇਆ। ਉਦੋਂ ਸਾਡੇ ਗੁਰਬਖਸ਼ ਭਾਈ ਬੈਠੇ ਆ, ਲਫੀਰ ਭਾਈ ਬੈਠੇ, ਇਹਨਾਂ ਦੇ ਰਾਈਟਰ ਸੀ, ਉਹਨਾਂ ਨੂੰ ਮੰਤਰੀ ਬਣਾਇਆ, ਕੈਬਨਿਟ ਦਾ ਮੰਤਰੀ ਬਣਾਇਆ। ਉਸ ਤੋਂ ਬਾਅਦ ਜਦੋਂ ਡਾਕਟਰ ਸਾਹਿਬ ਨੂੰ ਟਿਕਟ ਮਿਲੀ ਆ ਤੇ ਉਹ ਜਿਹੜਾ ਕੈਂਡੀਡੇਟ ਸੀ ਕਾਲੀਆਂ ਦਾ, ਉਹ ਇੱਥੋਂ ਤੱਕ ਆਉਂਦਾ ਜਿਹੜਾ ਗੋਲੀਆਂ ਵੇਚਣ ਵਾਲਾ ਮੇਰਾ ਕੀ ਮੁਕਾਬਲਾ, ਇਹਨਾਂ ਉਹਦੇ ਚ ਹੰਕਾਰ ਸੀ। ਉਹ ਹੰਕਾਰ ਨੂੰ ਇਹਨਾਂ ਦੀ ਪ੍ਰਵਾਨ ਸਿੰਘ ਨੇ ਤੋੜਿਆ ਤੇ ਉਹ ਪ੍ਰਵਾਨ ਸਿੰਘ ਨੇ ਤੋੜ ਕੇ ਸਾਡੇ ਲੋਕਾਂ ਦੇ ਦਿਨਾਂ ਵਿੱਚ ਅਸੀਂ ਆਪ ਇਲੈਕਸ਼ਨ ਲੜੀ। ਸਾਨੂੰ 13 ਦਿਨ ਮਿਲੇ ਸੀ ਉਸ ਟਾਈਮ ਤੇ। ਸੋ ਮੈਂ ਜ਼ਿਆਦਾ ਦੂਰ ਨਹੀਂ ਜਾਣਾ, ਮੇਰੇ ਘਰ ਵਾਲੀ ਮੈਨੂੰ ਡੀਕਨ ਦੀ ਵਿਆਹ ਜਾਣਾ ਕਿਤੇ ਤੇ ਤੁਹਾਡੀ ਵੇਟ ਕਰ ਰਹੇ ਹੋ, ਤੇ ਮੈਂ ਮਾਫੀ ਚਾਹੁੰਦਾ, ਮੈਂ ਘਰ ਵਾਲੀ ਦੀਆਂ ਗੱਲਾਂ ਸੁਣਨੀਆਂ ਜਾ ਕੇ। ਤੇ ਇਸ ਕਰਕੇ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ, ਡਾਕਟਰ ਸਾਹਿਬ ਨਾਲ ਬੋਲਣਾ। ਸਾਡੀ ਤਕੀਰ ਇਹ ਹੈ ਵੀ ਜਿਵੇਂ ਤਰਨਤਾਰਨ ਨੂੰ ਇੱਥੇ 45 ਸਾਲ ਤੋਂ ਇਹਨਾਂ ਨੇ ਰਾਜ ਭਾਗ ਦਵਾਇਆ, ਅੱਗੇ ਆਉਣ ਵਾਲਾ ਸਮਾਂ ਜੇ ਤੁਸੀਂ ਗਲਤ ਕਿਤੇ ਫੈਸਲਾ ਕਰ ਲਿਆ ਪਾਰਟੀ ਨੇ ਤੇ ਬੜਾ ਨੁਕਸਾਨ ਹੋਊਗਾ। ਮੇਰੀ ਇਹੀ ਬੇਨਤੀ ਆ, ਇਹ ਡਾਕਟਰ ਸਾਹਿਬ ਤੋਂ ਬਗੈਰ ਸੀਟ ਨਹੀਂ ਕੋਈ ਜਿੱਤ ਸਕਦਾ। ਇਹਨਾਂ ਦੀ ਭਲਵਾਨ ਸੀ ਜਿਹੜੀ ਉਹ ਮੂੰਹ ਬੋਲਦੀ ਆ, ਇਹਨਾਂ ਦਾ ਵਿਕਾਸ ਮੂੰਹ ਬੋਲਦਾ। ਮੈਂ ਜ਼ਿਆਦਾ ਦੂਰ ਨਹੀਂ ਜਾਣਾ। ਇੰਨੀਆਂ ਬੇਨਤੀਆਂ ਨਾਲ ਖਿਮਾਦਾਰ ਜਾਜ ਕਰਦਾ, ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨੀ, ਆਪਾਂ ਵੱਧ ਤੋਂ ਵੱਧ ਡਾਕਟਰ ਸਾਹਿਬ ਦੇ ਨਾਲ ਉਹਨਾਂ ਦੀ ਵੋਟਾਂ ਦੇ ਵਿੱਚ ਵੀ ਆਪਾਂ ਵੱਧ ਤੋਂ ਵੱਧ ਆਪਣੀ ਇਲੈਕਸ਼ਨ ਸਮਝ ਕੇ ਲੜਨਾ। ਮੈਂ ਇੰਨੀਆਂ ਬੇਨਤੀਆਂ ਨਾਲ ਖਿਮਾਦਾਰ ਜਾਜ ਕਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਸਤਿਕਾਰਯੋਗ AICC ਦੇ ਸੈਕਟਰੀ ਚੇਤਨ ਚੌਹਾਨ ਜੀ ਔਰ ਪੰਜਾਬ ਦੇ ਇੰਚਾਰਜ, ਇਹਨਾਂ ਦੇ ਨਾਲ ਸਾਡੇ ਡਿਸਟ੍ਰਿਕਟ ਕੋਆਰਡੀਨੇਟਰ ਜਦੋਪਤੀ ਠਾਕਰ ਜੀ ਤੇ ਤਰਨਤਾਰਨ ਹਲਕੇ ਦੇ ਕੋਆਰਡੀਨੇਟਰ ਦਾਰੋ ਭਾਈ ਪਟੇਲ ਜੀ, ਔਰ ਸਾਡੇ ਤਰਨਤਾਰਨ ਹਲਕੇ ਤੋਂ ਵੱਖ-ਵੱਖ ਸ਼ਖਸੀਅਤਾਂ
ਚੇਅਰਮੈਨ ਸਰਦਾਰ ਲਖਵੀਰ ਸਿੰਘ ਜੀ ਬੁਰਜੀ, ਚੇਅਰਮੈਨ ਰਣਜੀਤ ਸਿੰਘ ਰਾਣਾ ਜੀ, ਚੇਅਰਮੈਨ ਬਲਵਿੰਦਰ ਸਿੰਘ ਜੀ, ਮਾਰਕੀਟ ਕਮੇਟੀ ਝਬਾਲ ਰਮਨ ਕੁਮਾਰ ਜੀ, ਸਾਡੇ ਬਲਾਕ ਪ੍ਰਧਾਨ ਸੰਦੀਪ ਦੋਦੇ ਜੀ, ਬਲਾਕ ਪ੍ਰਧਾਨ ਗੁਰਪਾਲ ਸਿੰਘ ਜੀ ਜਗਤਪੁਰਾ, ਚੇਅਰਮੈਨ ਸਵੇਕ ਸਿੰਘ ਜੀ ਧੁੰਨ, ਅਵਤਾਰ ਸਿੰਘ ਜੀ ਧਨੇਜਾ, ਮਨਜੀਤ ਸਿੰਘ ਜੀ ਐਮਸੀ ਸਾਡੇ ਡਾਇਰੈਕਟਰ, ਸਰਪੰਚ ਸਰਜੀਤ ਸਿੰਘ ਜੀ ਢਾਨ, ਅਸ਼ੋਕ ਕੁਮਾਰ ਪ੍ਰਧਾਨ ਜੀ, ਪਰਮਜੀਤ ਸਿੰਘ ਜੀ ਚਾਲ। ਜੇ ਮੈਂ ਨਾਂ ਲੈਣ ਲੱਗਾ ਤੇ ਬਹੁਤ ਹੀ ਲੰਬਾ ਸਮਾਂ ਲੱਗੇਗਾ। ਮੈਡਮ ਰਜੀਆ ਸਰ ਬੈਠੇ ਨੇ, ਚੇਅਰਮੈਨ ਸਾਡੇ ਬਲਾਕ ਸਮਿਤੀ ਦੇ ਮਹਿੰਦਰ ਕੌਰ ਜੀ ਬੈਠੇ ਨੇ, ਮੇਰੀ ਭੈਣ ਸਾਡੇ ਗੰਡੀ ਪਿੰਡ ਦੇ ਸਰਪੰਚ ਬੈਠੇ ਨੇ, ਤੇ ਸਾਹਮਣੇ ਬੈਠੇ ਅਲੱਗ-ਅਲੱਗ ਪਿੰਡਾਂ ਤੋਂ ਆਏ ਹੋਏ ਸਾਡੇ ਸਰਪੰਚ ਸਾਹਿਬਾਨ, ਮੈਂਬਰ ਸਾਹਿਬਾਨ ਔਰ ਸ਼ਹਿਰ ਦੇ ਐਮਸੀ ਸਾਹਿਬ, ਸਾਬਕਾ ਐਮਸੀ ਸਾਹਿਬ ਔਰ ਕਾਂਗਰਸ ਪਾਰਟੀ ਦੀ ਰੀढ़ ਦੀ ਹੱਡੀ ਮੇਰੇ ਵਰਕਰੋਂ ਤੇ ਪ੍ਰੈਸ ਦੇ ਵੀਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਪਤਾ ਹੀ ਹੈ ਕਿ ਸ਼ਾਇਦ ਇਹ ਪਹਿਲੀ ਦਫਾ ਹੈ ਕਿ ਕਾਂਗਰਸ ਦੀ ਹਾਈ ਕਮਾਂਡ ਜਿਹੜੀ ਆ ਉਹ ਇੱਕ ਛੋਟੇ ਲੈਵਲ ਤੇ ਜਾ ਕੇ ਘਰੋਂ ਘਰ ਜਾ ਕੇ ਫੀਡਬੈਕ ਲੈ ਰਹੀ ਆ ਕਿ ਕਿਹਨੂੰ ਟਿਕਟ ਦੇਣੀ ਹੈ ਤੇ ਕਿਹਨੂੰ ਨਹੀਂ ਦੇਣੀ। ਇਹ ਭਰਾਓ ਤੁਹਾਨੂੰ ਸਭ ਨੂੰ ਪਤਾ ਵਾ, ਮੈਂ ਆਪਣੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ, ਆਪਣੀ ਸਰਕਾਰ ਬਾਰੇ ਜ਼ਰੂਰ ਕਹੂੰਗਾ ਕਿ ਕਾਂਗਰਸ ਪਾਰਟੀ ਦੀ ਜਦੋਂ ਸਰਕਾਰ ਦੇ ਵਿੱਚ ਅਦਲਾ-ਬਦਲੀ ਹੋਈ ਆ ਔਰ ਉਦੋਂ ਤੋਂ ਜੋ ਰੈਵੋਲੂਸ਼ਨ ਆਇਆ, ਜਦੋਂ ਚਰਨਜੀਤ ਸਿੰਘ ਚੰਨੀ ਸਾਡੇ ਮੁੱਖ ਮੰਤਰੀ ਬਣੇ ਨੇ ਔਰ ਨਵਜੋਤ ਸਿੱਧੂ ਜੀ ਜਿਹੜੇ ਨੇ ਸਾਡੇ ਪੰਜਾਬ ਦੇ ਪ੍ਰਧਾਨ ਬਣੇ ਨੇ, ਉਦੋਂ ਤੋਂ ਜੋ ਰੈਵੋਲੂਸ਼ਨ ਆਇਆ ਉਹ ਤੁਹਾਡੇ ਸਾਹਮਣੇ। ਤੁਸੀਂ ਬਹੁਤ ਲੰਬੇ ਸਮੇਂ ਬਾਅਦ ਕਾਂਗਰਸ ਪਾਰਟੀ ਦਾ ਐਮਐਲਏ ਬਣਾ ਕੇ ਤੇ ਕਾਂਗਰਸ ਪਾਰਟੀ ਦੀ ਸਰਕਾਰ ਤੁਸੀਂ ਬਣਾਈ ਸੀ। ਤੁਹਾਨੂੰ ਬਹੁਤ ਸਾਰੀਆਂ ਉਮੀਦਾਂ ਸਨ ਕਿ ਅਸੀਂ ਇਹ ਕਰਾਂਗੇ ਆਪਣੇ ਪਿੰਡਾਂ ਦੇ ਲਈ, ਆਪਣੇ ਹਲਕੇ ਦੇ ਲਈ। ਔਰ ਮੈਨੂੰ ਵੀ ਪਹਿਲੀ ਦਫਾ ਮੈਂ ਐਮਐਲਏ ਬਣਿਆ, ਮੈਨੂੰ ਵੀ ਬੜਾ ਸ਼ੌਂਕ ਸੀ ਕੰਮ ਕਰਨ ਦਾ, ਕਿਉਂਕਿ ਜਦੋਂ ਕੋਈ ਐਮਐਲਏ ਜਾਂ ਪਿੰਡ ਦਾ ਸਰਪੰਚ ਬਣਦਾ ਜਾਂ ਕਿਸੇ ਮੁੱਦੇ ਤੇ ਹੁੰਦਾ ਉਹਨੂੰ ਬੜੀ ਤਲਪ ਹੁੰਦੀ ਆ ਵੀ ਮੈਂ ਆਪਣਾ ਵੱਧ ਤੋਂ ਵੱਧ ਕੰਮ ਕਰਾਂ, ਜਿਹੜੀ ਜ਼ਿੰਮੇਵਾਰੀ ਲੋਕਾਂ ਨੇ ਮੇਰੇ ਤੇ ਸੌਂਪੀ ਆ ਉਹਨੂੰ ਮੈਂ ਪੂਰੀ ਕਰਾਂ। ਪਰ ਦੁੱਖ ਦੀ ਗੱਲ ਇਹ ਹੋਈ ਕਿ ਇੱਕ ਜਿਹੜੀ ਕਰੋਨਾ ਦੀ ਮਾਰ ਸੀ ਉਹ ਸਾਰੇ ਦੁਨੀਆ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਤੇ ਆਪਣਾ ਪੰਜਾਬ ਦੇ ਵਿੱਚ ਵੀ ਬਹੁਤ ਵੱਡੇ ਜਿਹੜੇ ਸਾਡੇ ਸੀ ਲੋਕ ਜਿਹੜੇ ਸਨ ਇਹਨਾਂ ਪੀੜਤ ਹੋਏ ਔਰ ਬਹੁਤ ਸਾਰੀਆਂ ਮੌਤਾਂ ਵੀ ਹੋਈਆਂ। ਜਿੱਥੇ ਸਰਕਾਰ ਕੋਲ ਫੰਡ ਆਣੇ ਸਨ, ਪੈਸੇ ਆਉਣੇ ਸਨ, ਉਹਨਾਂ ਨੇ ਡਿਵੈਲਪਮੈਂਟ ਕਰਨੀ ਸੀ, ਉਹਦੀ ਬਜਾਏ ਲੋਕਾਂ ਦੇ ਘਰੋਂ ਘਰ ਰਾਸ਼ਨ ਪਹੁੰਚਾਉਣਾ ਔਰ ਦਵਾਈ ਬੂਟੀ ਦੇਣੀ, ਲੋਕਾਂ ਦੇ ਹਸਪਤਾਲਾਂ 'ਚ ਫ੍ਰੀ ਇਲਾਜ ਕਰਨਾ, ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਆ। ਔਰ ਇਸ ਗੱਲ ਦੀ ਮਾਣ ਹੈ ਕਿ ਸਾਡੀ ਕਾਂਗਰਸ ਸਰਕਾਰ ਨੇ ਬੜੀ ਬਖੂਬੀ ਦੇ ਨਾਲ ਉਹ ਜ਼ਿੰਮੇਵਾਰੀ ਨਿਭਾਈ। ਸ਼ਾਇਦ ਹੀ ਕੋਈ ਸਾਡੇ ਹਲਕੇ ਦਾ, ਸਾਡੇ ਪੰਜਾਬ ਦਾ ਕੋਈ ਆਦਮੀ, ਕੋਈ ਸਾਡੀ ਭੈਣ ਬੱਚੀ ਹੋਵੇ ਜਿਹੜੀ ਪੇਟ ਤੋਂ ਭੁੱਖੀ ਸੁੱਤੀ ਹੋਵੇ ਔਰ ਸਾਰਿਆਂ ਦੇ ਘਰਾਂ 'ਚ ਰਾਸ਼ਨ ਪਹੁੰਚਾਇਆ। ਤੁਸੀਂ ਜਾਣਦੇ ਜੀ ਵੀ ਤਰਨਤਾਰਨ ਹਲਕੇ ਦੇ ਵਿੱਚ ਵੀ ਸਾਡੇ ਜਿਹੜੇ ਸੀ ਜਿੰਨੀਆਂ ਵੀ ਸਾਡੇ ਵਰਕਰ ਸਨ, ਇਹਨਾਂ ਨੇ ਆਪਣੀ ਜੇਬ ਚੋਂ ਵੀ ਪੈਸੇ ਖਰਚ ਕਰਕੇ, ਸਰਕਾਰ ਨੇ ਵੀ ਬੜੀ ਮਿਹਨਤ ਕੀਤੀ, ਰਾਸ਼ਨ ਕੀਤੇ ਔਰ ਖਾਸ ਕਰਕੇ ਜਿਹੜੀਆਂ ਸੰਸਥਾਵਾਂ ਸਨ, ਜਿਹੜੀਆਂ ਚਾਹੇ ਗੁਰੂ ਘਰ ਦੇ ਸਨ, ਚਾਹੇ ਕੋਈ ਸਮਾਜ ਸੇਵੀ ਸਨ, ਉਹਨਾਂ ਨੇ ਵੀ ਵੱਧ ਤੋਂ ਵੱਧ ਹਿੱਸਾ ਪਾ ਕੇ ਤੇ ਪੰਜਾਬ ਦੇ ਵਿੱਚ ਲੋਕਾਂ ਦੀ ਮਦਦ ਕੀਤੀ ਵੀ ਇਹਨਾਂ ਦੇ ਕਾਰੋਬਾਰ ਬੰਦ ਹੋ ਗਏ ਨੇ, ਇਹਨਾਂ ਨੂੰ ਕੋਈ ਮੁਸ਼ਕਲ ਨਾ ਹੋਵੇ, ਤਕਲੀਫ ਨਾ ਹੋਵੇ। ਸਾਡੇ ਸ਼ਹਿਰ ਦੇ ਵਿੱਚ ਵੀ ਇੱਕ ਰੋਟੀਆਂ ਪਕਾਉਣ ਵਾਲੀ ਮਸ਼ੀਨ ਸੀ ਔਰ ਉਹਦੇ ਜਿਹੜੇ ਵਿੱਚ ਤਕਰੀਬਨ 12,000 ਫੁਲਕੇ, 12,000 ਚਪਾਤੀ ਰੋਜ਼ ਦੀ ਬਣਦੀ ਸੀ। ਤੁਹਾਨੂੰ ਸਾਰੇ ਪਤਾ ਵੀ ਲੰਬਾ ਸਮਾਂ ਜਿਹੜਾ ਅਸੀਂ ਸਾਡੇ ਨਾਲ ਮਿਲ ਕੇ ਉਹਦੇ ਵਿੱਚ ਹਿੱਸਾ ਪਾ ਕੇ ਆਪਣੇ ਹਲਕੇ ਦੀ ਸੇਵਾ ਕੀਤੀ ਆ। ਹਰ ਇੱਕ ਐਮਐਲਏ ਨੇ ਕੀਤੀ, ਮੈਂ ਨਹੀਂ ਕਹਾਂਗਾ ਮੈਂ ਕੀਤੀ ਹੈ, ਸਾਰੇ ਨੇ ਕੀਤੀ ਹੈ। ਔਰ ਉਹ ਜਿਹੜੇ ਮੈਂ ਦੱਸਣ ਦਾ ਕਾਰਨ ਸੀ ਵੀ ਜਿਹੜੇ ਸਰਕਾਰ ਕੋਲ ਪੈਸੇ ਆਣੇ ਸਨ, ਆਮਦਨ ਹੋਣੀ ਸੀ, ਉਹ ਨਹੀਂ ਹੋਈ, ਉਲਟਾ ਖਰਚਾ ਸਰਕਾਰ ਦਾ ਹੋਣਾ ਪਿਆ। ਉਹਦੇ ਕਰਕੇ ਡਿਵੈਲਪਮੈਂਟ ਦੇ ਪਿੱਛੋਂ ਸਾਰਾ ਪੰਜਾਬ ਪਿੱਛੇ ਰਹਿ ਗਿਆ। ਪਰ ਜਦੋਂ ਤੋਂ ਨਵੀਂ ਜਿਹੜੀ ਸਰਕਾਰ ਹੁਣ ਬਣੀ ਆ, ਹਾਲਾਤ ਠੀਕ ਹੋਏ ਨੇ ਔਰ ਉਦੋਂ ਤੋਂ ਪੈਸੇ ਬੇਅੰਤ ਆਏ ਨੇ ਪਿੰਡਾਂ ਵਿੱਚ। ਕੋਈ ਸਰਪੰਚ ਇਹ ਨਹੀਂ ਕਹਿ ਸਕਦਾ ਕਿ ਸਾਨੂੰ ਪੈਸੇ ਨਹੀਂ ਮਿਲੇ। ਔਰ ਹਰ ਪਿੰਡ ਦੇ ਵਿੱਚ ਜਿੱਥੇ ਕਿ 40-40, 45 ਸਾਲ ਪਹਿਲੇ ਕੋਈ ਵਿਕਾਸ ਨਹੀਂ ਸੀ ਹੋਇਆ, ਪਿੰਡਾਂ ਦੇ ਵਿੱਚ ਸ਼ਹਿਰਾਂ ਵਰਗੀ ਹਾਲਤ ਬਣ ਗਈ। ਇੰਟਰਲੌਕ ਟੈਲਾਂ ਲੱਗੀਆਂ, ਬਾਬਾ ਜੀ ਬੈਠੇ ਨੇ, ਇਹਦਾ ਹਵੇਲੀਆਂ ਪਿੰਡ ਬਿਲਕੁਲ ਜਿਹੜਾ ਨੇ ਬਾਰਡਰ ਦੇ ਉੱਪਰ, ਫੈਂਸਿੰਗ ਲਾਈਨ ਦੇ ਉੱਪਰ ਪੈਂਦਾ ਹੋਊਗਾ। ਇਹਨਾਂ ਨੂੰ ਪਤਾ ਹੋਵੇ, ਕੱਲ ਹੀ ਮੇਰੇ ਕੋਲ ਬੈਠੇ ਸਨ ਵੀ 45 ਸਾਲ ਬਾਅਦ ਕਿੰਨੀ ਡਿਵੈਲਪਮੈਂਟ ਪਿੰਡਾਂ ਦੀ ਕੀਤੀ ਹੈ। ਪਿੰਡਾਂ ਦੀਆਂ ਗਲੀਆਂ ਨਾਲੀਆਂ ਬਣਨਾ ਤੇ ਹਰ ਇੱਕ ਦਾ ਫਰਜ਼ ਹੁੰਦਾ ਵਾ। ਉਹਦੇ ਨਾਲ ਨਾਲ ਜਿਹੜੀਆਂ ਨੇ ਸਟੇਡੀਅਮ ਬਣਾਉਣਾ, ਸਪੋਰਟਸ ਵਾਸਤੇ ਜਿਹੜੀਆਂ ਨੇ ਖੇਡਾਂ ਦੇ ਮੈਦਾਨ ਬਣਾਉਣੇ, ਉਹਦੇ ਨਾਲ ਜਿਹੜੀਆਂ ਨੇ ਜਿਮ ਦਾ ਸਮਾਨ ਦੇਣਾ ਤੇ ਹੋਰ ਕੋਈ ਬਹੁਤ ਜ਼ਿਆਦਾ ਨੇ। ਔਰ ਇਹਦੇ ਲਈ ਸਾਡੀ ਸਰਕਾਰ ਨੇ, ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਸੇ ਗੱਲ ਦੀ ਪੇਸ਼ਕਸ਼ ਕੀਤੀ ਔਰ ਖਾਸ ਕਰਕੇ ਜਿਹੜੇ ਪਿੰਡਾਂ ਦਾ ਵਿਕਾਸ ਸੀ, ਮੰਡੀ ਬੋਰਡ ਨੇ
ਮੰਡੀ ਬੋਰਡ ਨੇ ਸਾਨੂੰ 11 ਕਰੋੜ ਰੁਪਏ ਦੀ ਸਬਸਿਡੀ ਦਿੱਤੀ, 11 ਕਰੋੜ ਰੁਪਏ ਦੀ। 7 ਕਰੋੜ ਦੀਆਂ ਪਹਿਲਾਂ ਭੇਜੀਆਂ ਸਨ ਕਿ ਸਾਡਾ ਸ਼ਹਿਰ ਵਾ, ਕਿਉਂਕਿ ਸ਼ਹਿਰ ਮੰਡੀ ਬੋਰਡ 'ਚ ਨਹੀਂ ਆਉਂਦਾ, ਔਰ ਉਹਦੇ ਲਈ ਸਾਡੇ ਬਾਕੀ ਹਲਕਿਆਂ ਨੂੰ ਸਾਡੇ ਨਾਲੋਂ ਜ਼ਿਆਦਾ ਪੈਸੇ ਮਿਲੇ ਸਨ। ਉਦੋਂ ਜਦੋਂ ਸਾਡੇ ਖੇਤੀ ਮੰਤਰੀ ਸਾਹਿਬ ਆ ਕੇ 4 ਕਰੋੜ ਦੀਆਂ ਸਬਸਿਡੀਆਂ ਹੋਰ ਤੋਂ ਦਿੱਤੀਆਂ। ਮੇਰਾ ਖਿਆਲ ਨਹੀਂ ਕੋਈ ਸ਼ਹਿਰ ਪਿੰਡ ਦਾ ਕੋਈ ਇਹੋ ਜਿਹਾ ਹਿੱਸਾ ਰਹਿ ਜਾਏਗਾ ਜਿਹੜਾ ਪਿੰਡ ਜਿਹਨੂੰ ਪਿੰਡਾਂ ਵਿੱਚ ਫਿਰਨੀਆਂ ਕਹਿੰਦੇ ਨੇ, ਆਪਾਂ ਕਹਿੰਦੇ ਸੜਕੋ ਰੋਡ ਬਣਦੀਆਂ ਨੇ, ਉਹ ਕੋਈ ਰਹਿ ਗਈ ਹੋਈ ਸੀ। ਪਿੰਡਾਂ ਦੇ ਵਿਕਾਸ ਦੀ ਬਹੁਤ ਜਿਹੜੀ ਹੈਗੀ ਆ ਸਾਨੂੰ ਖੁਸ਼ੀ ਮਿਲੀ ਵੀ ਅਸੀਂ ਸਾਰਾ ਕੰਮ ਕੀਤਾ। ਕੁਝ ਜਿਹੜੇ ਕੰਮ ਰਹਿ ਗਏ ਹੋਣਗੇ, ਮੈਨੂੰ ਉਮੀਦ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸਾਰੇ ਰਲ ਮਿਲ ਕੇ ਸਾਥ ਦੇ ਕੇ ਦੁਬਾਰਾ ਕਾਂਗਰਸ ਦੀ ਸਰਕਾਰ ਬਣਾਓਗੇ। ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਕਿਉਂਕਿ ਬੋਲਣ ਤੋਂ ਬੜਾ ਦਿਲ ਕਰਦਾ। ਸਾਡੇ ਤੁਹਾਨੂੰ ਪਤਾ ਵੀ ਇਹਨਾਂ ਨੇ ਅਖੀਰ ਤੇ ਸਾਡੇ ਚੇਤਨ ਚੌਹਾਨ ਜੀ ਜਿਹੜੇ ਪੰਜਾਬ ਦੇ ਇੰਚਾਰਜ ਨੇ, ਇਹਨਾਂ ਬੋਲਾਂ ਨੇ, ਇਹਨਾਂ ਦੇ ਆਪਾਂ ਵਿਚਾਰ ਸੁਣਨੇ ਨੇ, ਔਰ ਇਹਨਾਂ ਦੇ ਵਿਚਾਰ ਸੁਣ ਕੇ ਆਪਾਂ ਇਹ ਬੇਨਤੀ ਕਰਾਂਗੇ ਕਾਂਗਰਸ ਪਾਰਟੀ ਨੂੰ ਆਪਾਂ ਮਜ਼ਬੂਤ ਕਰਨਾ। ਜਿਹਨੂੰ ਵੀ ਟਿਕਟ ਮਿਲੇ ਆਪਾਂ ਕਾਂਗਰਸ ਪਾਰਟੀ ਦਾ ਸਾਥ ਦੇ ਕੇ ਦੁਬਾਰਾ ਜਿਹੜੀ ਕਾਂਗਰਸ ਪਾਰਟੀ ਦੀ ਜਿਹੜਾ ਸਰਕਾਰ ਬਣਾਉਣੀ ਆ, ਤਾਂ ਜੋ ਜਿਹੜੇ ਆਪਣੇ ਕੰਮ ਰਹਿ ਗਏ ਨੇ ਉਹ ਆਪਾਂ ਪੂਰੇ ਕਰ ਸਕੀਏ। ਇਹਦੇ ਵਿੱਚ ਅਕਾਲੀ ਦਲ ਕੁਛ ਨਹੀਂ ਹੈਗਾ, ਅਕਾਲੀ ਦਲ ਬਹੁਤ ਪਿੱਛੇ ਜੀ। ਜਿਹੜੀ ਗੱਲ ਹਮੇਸ਼ਾ ਆਪਣੀ ਲੜਾਈ ਅਕਾਲੀ ਦਲ ਨਾਲ ਹੁੰਦੀ ਸੀ। ਆਮ ਆਦਮੀ ਪਾਰਟੀ ਦੀ ਗੱਲ ਸੁਣ ਲਓ, 3 ਐਮਐਲਏ ਪਹਿਲੋਂ ਆ ਗਏ ਸਨ। ਇੱਕ ਐਮਐਲਏ ਸਾਡਾ ਸੈਸ਼ਨ ਚੱਲਦਾ ਪਿਆ ਸੀ, ਜਗਦਾਰ ਸਿੰਘ ਜੱਗਾ ਜੀ ਚੰਨੀ ਸਾਹਿਬ ਨੇ ਕਿਹਾ ਦੱਸੋ ਕੋਈ ਮੇਰੇ ਨਾਲ ਮੇਰੇ ਵਰਗਾ ਆਮ ਆਦਮੀ ਪਾਰਟੀ ਨਾਲ ਤੁਸੀਂ ਸਹਿਮਤ ਕਿ ਨਹੀਂ। ਉਹ ਆਪਣੀ ਸੀਟ ਛੱਡ ਕੇ ਸਾਡੇ ਵਾਲੇ ਪਾਸੇ ਆ ਗਿਆ ਸੀ। ਇੱਕ ਤੁਸੀਂ ਕੱਲ ਦੀ ਗੱਲ ਸੁਣੀ ਹੈ ਕਿ ਮਾਸਟਰ ਬਲਦੇਵ ਸਿੰਘ ਦੀ ਜੈਤੋ ਉਹ ਵੀ ਸਾਨੂੰ ਜੁਆਇਨ ਕਰ ਗਏ ਨੇ। ਕਿਤੇ 20-22 ਹੁੰਦੇ ਸਨ, 6-7 ਰਹਿ ਗਏ ਨੇ। ਉਹਦਾ ਗ੍ਰਾਫ ਬੜਾ ਪਿੱਛੇ ਜੇ। ਇਸ ਕਰਕੇ ਤੁਸੀਂ ਫਿਕਰ ਨਾ ਕਰੋ, ਸਰਕਾਰ ਤੁਹਾਡੀ ਆ, ਤੁਸੀਂ ਬਣਾਉਣੀ ਆ, ਪਰ ਤਾਂ ਹੀ ਬਣੀ ਜੇ ਆਪਾਂ ਰਲ ਮਿਲ ਕੇ ਇਕਜੁੱਟ ਹੋ ਕੇ ਜਿਹੜੀ ਕਾਂਗਰਸ ਪਾਰਟੀ ਨੂੰ ਸਾਥ ਦਈਏ। ਜੋ ਚੰਨੀ ਸਾਹਿਬ ਨੇ ਕੀਤਾ ਆਪਾਂ ਰੋਜ਼ ਕਰਦੇ, ਮੈਂ ਦੁਹਰਾਉਣਾ ਨਹੀਂ ਚਾਹੁੰਦਾ। ਇਹ ਸਾਡੇ ਜਿਹੜੇ ਇੰਚਾਰਜ ਸਾਹਿਬ ਤੁਹਾਨੂੰ ਦੱਸਣਗੇ ਆਪਣੀ ਕੀ ਗਾਈਡਲਾਈਨ ਨੇ। ਔਰ ਮੈਂ ਤੇ ਇਹੀ ਕਹੂੰਗਾ ਵੀ ਕਿਸਾਨ ਸੰਘਰਸ਼ ਕਮੇਟੀ ਨੇ ਜੋ ਕੰਮ ਕੀਤਾ ਸੀ ਉਹ ਬੜਾ ਸ਼ਲਾਘਾਯੋਗ। ਆਪਣੇ ਨਾਲ ਆ ਮੇਰਾ ਮੁੰਡਾ ਜਿਹੜਾ ਪੀਏ ਆ ਰਾਣਾ ਜੀ, ਤੁਸੀਂ ਜਾਣਦੇ ਜੇ 15-16 ਸਾਲ ਤੋਂ ਮੇਰੇ ਨਾਲ 1 ਮਹੀਨਾ ਇਹ ਵੀ ਲੈ ਕੇ ਆਏ 1 ਮਹੀਨਾ। ਔਰ ਸਾਡੇ ਹਲਕੇ ਤੋਂ ਪਹਿਲੀ ਟਰਾਲੀ ਸੀ ਜਿਹੜੀ ਇਹ ਭਰ ਕੇ ਲੈ ਕੇ ਗਿਆ, ਬਿਨਾਂ ਕਿਸੇ ਨਾਲ ਸੰਬੰਧਿਤ ਨਹੀਂ ਸੀ। ਜਿਹੜੀਆਂ ਕਿਸਾਨਾਂ ਦੀਆਂ ਕੋਈ 30-32 ਜਥੇਬੰਦੀਆਂ ਨੇ, ਕਿਸੇ ਜਥੇਬੰਦੀ ਦਾ ਮੈਂਬਰ ਨਹੀਂ ਹੈਗਾ। ਆਪਣੇ ਆਪ ਦੇ ਚ ਉਤਸ਼ਾਹ ਵੀ ਅਸੀਂ ਕਿਸਾਨਾਂ ਭਰਾਵਾਂ ਦੀ ਮਦਦ ਕਰਨੀ। 1 ਮਹੀਨਾ ਪੂਰਾ ਲੈ ਕੇ ਆਇਆ ਸਾਨੂੰ ਬਿਨਾਂ ਦੱਸੇ ਤੋਂ ਹੀ। ਸਾਨੂੰ ਤਾਂ ਉਦੋਂ ਪਤਾ ਲੱਗਾ ਜਦੋਂ 5-7 ਦਿਨ ਆਇਆ ਨਹੀਂ ਵੀ ਕਿੱਥੇ ਚੱਲ ਗਿਆ, ਸ਼ਾਇਦ ਬਿਮਾਰ ਨਾ ਹੋਵੇ। ਪਤਾ ਕੀਤਾ ਜੀ ਕਿ ਦਿੱਲੀ ਬੈਠਾ ਤੇ ਅਸੀਂ ਵੀ ਦਿੱਲੀ ਜਾ ਕੇ ਉਸ ਉੱਥੇ ਬੈਠ ਕੇ ਮਿਲ ਕੇ ਆਏ। ਇਸ ਕਰਕੇ ਭਰਾਵਾ ਆਪਾਂ ਕਿਸਾਨ ਭਰਾ ਵੀ ਆਪਣੇ ਆਉਂਦੇ ਪਏ ਨੇ ਦਿੱਲੀ ਛੱਡ ਕੇ, ਆਪਾਂ ਉਹਨਾਂ ਦਾ ਹੀ ਸਵਾਗਤ ਕਰਨਾ ਵਾ। ਆਪਣੇ ਵਿੱਚ ਵੀ ਨਾਲ ਨੇ। ਮੈਨੂੰ ਉਮੀਦ ਹੈ ਵੀ ਉਹ ਵੀ ਸਾਡੇ ਪਾਰਟੀ ਦਾ ਸਾਥ ਦੇਣਗੇ, ਕਿਉਂਕਿ ਜਦੋਂ ਇਹ ਲਹਿਰ ਚੱਲੀ ਆ ਪੰਜਾਬ ਦੇ ਵਿੱਚ, ਸਾਡੀ ਸਰਕਾਰ ਨੇ ਉਹਨਾਂ ਨੂੰ ਕੋਈ ਵੀ ਉਹਨਾਂ ਤੇ ਪਰਚਾ ਨਹੀਂ ਕਰਾਇਆ, ਕਿਸੇ ਨੂੰ ਫੜਿਆ ਨਹੀਂ। ਪਰ ਦਿੱਲੀ ਵਿੱਚ ਉਹਨਾਂ ਦਾ ਅਤਿਆਚਾਰ ਹੋਇਆ ਵਾ, ਤੁਸੀਂ ਜਿਹੜਾ ਉਹਦੇ ਬਾਰੇ ਚੰਗੀ ਤਰ੍ਹਾਂ ਜਾਣਦੇ ਨੇ। ਔਰ ਬਹੁਤ ਸਾਰੀਆਂ ਜਿਹੜੀਆਂ ਟਰਾਲੀਆਂ ਹਾਦਸੇ ਵਿੱਚ ਹੋਈਆਂ ਨੇ, ਔਰ ਸਾਡੇ ਵੀ ਹਲਕੇ ਦੇ 2-4 ਆਦਮੀ ਜਿਹੜੇ ਇੱਥੇ ਸ਼ਹੀਦ ਹੋਏ ਨੇ, ਉਹਨਾਂ ਨੂੰ ਸਰਕਾਰੀ ਨੌਕਰੀਆਂ ਵੀ ਅਸੀਂ ਦੇਣ ਵਾਸਤੇ ਦਿੱਤੀਆਂ ਨੇ ਔਰ ਮਾਲੀ ਸਹਾਇਤਾ ਦਿੱਤੀ ਹੈ। ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਆਪਾਂ ਇਹਨਾਂ ਦੇ ਵਿਚਾਰ ਸੁਣ ਕੇ ਸਾਡੇ ਜਿਹੜੇ ਇੰਚਾਰਜ ਨੇ ਪੰਜਾਬ ਦੇ, ਔਰ ਜੋ ਸਾਨੂੰ ਹਦਾਇਤ ਦੇ ਦੇਣਗੇ ਆਪਾਂ ਉਹਨਾਂ ਦੇ ਨਾਲ ਚੱਲ ਕੇ ਦੁਬਾਰਾ ਕਾਂਗਰਸ ਪਾਰਟੀ ਸਰਕਾਰ ਬਣਾਈ। ਤੁਹਾਡਾ ਬਹੁਤ ਬਹੁਤ ਧੰਨਵਾਦ। ਜੈ ਹਿੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ जी की फतेह। हल्कों में आप जा चुके हैं, तो क्या स्थिति रहेगी कांग्रेस की 2022 की इलेक्शन को देखते हुए? देखिए 2000 जैसा आप सब जानते हैं कि 2022 के अंदर पंजाब में विधानसभा का चुनाव, नई विधानसभा चुनी जानी है, नए एमएलए आने हैं और उसी को देखते हुए कांग्रेस पार्टी अपनी तैयारी में लगी है। अपने वर्करों, अपने एमएलए और सभी साथियों को एकजुट कर एक रणनीति बनाकर चुनाव में किस तरीके से चुनाव लड़ना है उसकी तैयारी कर रहे हैं हम लोग। सर क्या देखने को मिला, जैसे कि 2022 की इलेक्शन है, क्या नए एमएलए आएंगे कि जहाँ फिर वही चेहरे देखने को मिलेंगे? देखिए सबसे बड़ी बात यह है कि कांग्रेस पार्टी की एक चुनाव एमएलए कैंडिडेट्स चुनने की एक प्रक्रिया होती है। उस प्रक्रिया के अंदर जो भी आएगा, और हमारी प्राथमिकता है कि हम इस बार जिताऊ कैंडिडेट को देंगे, जो जिताऊ होगा उसको टिकट मिलेगी। सर केजरीवाल भी काफ़ी विचर है, पंजाब में आ रहा है और कह रहा है कि मैं 1000 रुपया लेडीज़ को दूंगा और 24 घंटे बिजली होगी, 600 यूनिट माफ़ होगा। कैसे देखते हैं आप इनको? लगातार आए थे घंटे पे घंटे दे रहे पंजाब वासियों को। देखिए मैं केजरीवाल जी को अभी मंच से भी कह रहा था और आपके माध्यम से भी कहना चाहूँगा, वो जिस दिन भी आए उनसे सिर्फ एक बात पूछिए
ये झूठ के पुलिंदे कहना बंद करें। किस तरीके से इस जो आपने कहा कि 1000 रुपये हर महिला को दूंगा, क्या उन्होंने कोई बजट में प्रोविज़न देखा है? क्या उन्होंने कहा कि मैं बिजली फ्री कर दूंगा? किस तरीके से? आप उनसे ये सवाल कीजिए, क्योंकि वो सिर्फ लोगों को झूठा आश्वासन देना, जिस तरीके से बाद में बीजेपी वालों ने कह दिया कि 15 लाख एक जुमला था, इसी तरह ये भी सत्ता पाने के बाद इसी तरीके की बात करते हैं। तो सर हर एक हल्के में पंजाब में लगातार 2-2 धड़े कांग्रेस के नजर आ रहे हैं, कई जिलों में भी, और हर एक पार्टी में, ये कांग्रेस में नहीं, आम आदमी पार्टी में भी बात करें, श्रोमणी अकाली दल की बात करें, तो आप क्या सब देखते हो कि क्या टिकटों के लिए चावन कितने हैं? देखिए, आपके सवाल में ही जवाब है। आपने बड़े कहा कि हर पार्टी के अंदर ये दिक्कत है। हमारी कांग्रेस पार्टी एक लोकतांत्रिक पार्टी है। लोकतांत्रिक पार्टी में हर आदमी को टिकट मांगने का अधिकार है। वो आज क्योंकि माहौल ऐसा बना हुआ है इसलिए आपको धड़े दिखते हैं, परंतु जिस दिन पार्टी ने टिकट और कैंडिडेट डिक्लेयर कर देंगे आपको कोई धड़ा नहीं दिखेगा। सारे कांग्रेस के वर्कर और कार्यकर्ता और ओहदेदार सब कैंडिडेट के साथ होंगे और हम उसको जिताने में दिलो जान से सारे कार्यकर्ता लगेंगे। सर, अकाली और भाजपा की अकाली पार्टी गठजोड़ का वो भी आ रहे हैं। भाजपा का कहना है कि 117 सीटों के ऊपर पंजाब में अब चुनाव लड़ेंगे। क्या देखते सर भाजपा के लिए भी आप? देखिए, सबसे पहले तो उनके पास बहुत बड़ा चैलेंज है कि 117 आदमी तो ले आए, चुनाव तो तब लड़ेंगे, उनके पास कैंडिडेट ही नहीं है। फिर वो दूसरा कह देते हम सरकार भी बनाएंगे। सरकार तो तब बनेगी जब 117 एमएलए के दावेदार तो लेकर आए हो। उनका तो सिर्फ एक बात है कि डुगडुगी बजा रहे हैं और कोई इससे लंबी चौड़ी कोई कहानी। सर, तरनतारन से धड़ेबंदी बहुत जारी देखने को मिल रही है, वो सर कितना करोगे? मुझे तो नहीं दिखी सर। आज रैली हुई है, जो काफी बड़ा रोड शो है, बहुत बड़ा सर, बोर्ड भी बहुत लगे आज ही, उसमें आपकी भी तस्वीर लगी हुई है। मैंने आपको कहा कि ये जब आदमी, हमारी लोकतांत्रिक पार्टी है, टिकट मांगने का अधिकार हर आदमी को। कोई आदमी टिकट मांग रहा है तो वो उसका अधिकार है, वो एक प्रक्रिया है। हर आदमी अपने आप को मजबूत दिखाने की कोशिश करता है और दिखाना भी चाहिए। सर, कांग्रेस पार्टी का आगे का क्या मैनिफेस्टो होगा जो चुनाव लड़ेगा? पंजाब प्रधान ते सर जो सीएम ਦੇ ਵਿੱਚ ਬਹੁਤ ਖਿੱਚਾਤਾਨੀ ਚੱਲਦੀ ਸਰ ਇੱਕ ਦੂਜੇ ਨੂੰ ਲੈ ਕੇ। नहीं, हाँ चलती सर, काफी जल्दी है, नवजोत सिद्धू कोई ना कोई बयान सीएम चन्नी ਨੂੰ ਲੈ ਕੇ काफी देते रहते हैं। नहीं, देखिए, मैं एक बात कहता हूँ, सिद्धू साहब हमारे ऑर्गेनाइजेशन के, हमारी पार्टी के अध्यक्ष हैं और चन्नी साहब हमारे मुख्यमंत्री हैं। आज आप कहीं भी देखेंगे वो जो बात करते हैं सिद्धू साहब, उसके बाद चन्नी साहब उसके ऊपर कोई ना कोई रिएक्शन और उसके ऊपर डिसीजन भी देते हैं। ऐसा नहीं है कि दोनों एक दूसरे से अलग हैं, दोनों एक दूसरे के पूरक हैं। वो जो कहते हैं, दोनों को, एक आदमी का कहना और दूसरे का करना, दोनों एक दूसरे के पूरक हैं। पर सर, जो सिद्धू कहते हैं वही होता है, चन्नी तो कुछ डिसाइड कर नहीं पाते। हाँ, इस्तीफा के जेब में रखते हैं कि जब भी कोई बात बनानी तो इस्तीफा देना। सर, ये चीज़ तो ਅਮਰਿੰਦਰ ਸਿੰਘ ਨੇ ਜੀ ਨਵੀਂ ਪਾਰਟੀ ਬਣਾਈ ਹੈ, ਉਹਦਾ ਕੀ ਉਹ ਕਹਿੰਦੇ ਜੀ ਪੰਜਾਬ ਦੇ ਜਿਹੜੇ ਮੌਜੂਦਾ ਵਿਧਾਇਕ ਅਸੀਂ ਲੈ ਜਾਾਂਗੇ। देखिए भाई साहब, इसमें तो ये सवाल अगर आप कैप्टन अमरिंदर से पूछे तो ज़्यादा अच्छा है। मैं कैसे बताऊं कि वो कौन से विधायक लेके जाएंगे, वो तो वो बताएंगे। रोज तो कर रहे हैं ना, जैसे जैसे आज तक गया तो कोई नहीं। आप बताओ, अगर एक भी गया हो। नहीं, वो कहते 14 लगेगा, आ जाएंगे यार। फिर उसके बाद कहेंगे कि जिस दिन चुनाव होगा तब आ जाएंगे, जिस दिन पर्चा भरा जाएगा उस दिन आ जाएंगे। सर, पार्टी में आप उनका हालात देखो, अगर जाके आप चंडीगढ़ में पत्रकार साथियों से मेरी एक अनुरोध है, उन्होंने जो पार्टी का दफ्तर किराए पे लिया है उसके ऊपर बोर्ड भी नहीं है आज तक उनकी पार्टी का, और वो कहते हैं कि हम एमएलए ले जाएंगे। बोर्ड भी नहीं लगा वहाँ। मुझे नहीं लगता कि वो पार्टी चलाएंगे भी। सर, पार्टी में कोई भी नया आता है तो उसको एक जो सीट अलग से मिलती है, लेकिन इस बार जो सिद्धू मूसेवाला पार्टी में आया तो जो सीएम की सीट थी उस पर बैठा हुआ था, वो क्या कारण था? सीएम की सीट में जो बीच वाली सीट थी, सेंटर वाली, एक साइड में सीएम बैठे हुए थे, दूसरी साइड में नवजोत सिंह सिद्धू बैठे हुए थे। ऐसा होता है साहब कि अब आज विधायक तो ये हैं, अब आप मुझे अगर बीच में समझ लो तो मैं कोई इनसे ऊपर थोड़ी हो गया। हल्के में तो यही है। वो जब नया आदमी को लेके आते हैं, जब प्रेस कॉन्फ्रेंस करते हैं, तो सबसे पहले मुखातिब कौन होगा उससे? आप सबसे ज़्यादा सवाल किससे पूछ रहे हैं? कैप्टन साहब भी तो पार्टी में लोगों को लेते थे, तो उन्होंने तो कभी ऐसा किया ना था। ऐसा हो सकता है हर आदमी का अपना चेहरा है, तरीका होता है। क्या लग रहा है मुख्यमंत्री उम्मीदवार कौन होंगे, नवजोत सिंह सिद्धू या सीएम चन्नी? हमारे सीएम कौन है साहब?
सीएम है, आगे वास्ते सीएम रहेंगे 2022 के सीएम रहेंगे जनाब। लेकिन कुछ रहेंगे। कुछ दिन पहले उन्होंने बोल जो रखा सीएम है सीएम रहेगा। 2022 इलेक्शन के सरकार बाद तो बनाने दो, सीएम तो बनाएंगे।